ਮੇਰਾ ਇੱਕ ਹੀ ਮੁੰਡਾ ਸੀ, ਜਿਸ ਦੀ ਉਮਰ ਹਾਲੇ ਪੂਰੀ 17 ਸਾਲ ਦੀ ਵੀ ਨਹੀਂ ਹੋਈ ਸੀ। ਸਾਡੇ ਖਾਨਦਾਨ ਵਿੱਚ ਇਹ ਸਭ ਤੋਂ ਛੋਟਾ ਸੀ ਅਤੇ ਖਾਨਦਾਨ ਦੇ ਬਾਕੀ ਸਾਰੇ ਬੱਚਿਆਂ ਦੇ ਵਿਆਹ ਹੋ ਚੁੱਕੇ ਸਨ। ਅੱਜ ਵੀ ਅਸੀਂ ਵਿਆਹ ਤੋਂ ਹੀ ਵਾਪਸ ਆਏ ਸੀ, ਜਦੋਂ ਇਹ ਮੈਨੂੰ ਕਹਿਣ ਲੱਗਿਆ, ਮੰਮੀ ਤੁਸੀਂ ਮੇਰਾ ਵਿਆਹ ਕਦੋਂ ਕਰਵਾਓਗੇ? ਮੈਂ ਤਾਂ 10ਵੀਂ ਵੀ ਪਾਸ ਕਰ ਲਈ ਹੈ। ਮੈਂ ਕਿਹਾ ਕਿ ਜੇਕਰ 10ਵੀਂ ਕਰ ਲਈ ਹੈ ਤਾਂ ਅੱਗੇ ਪੜ੍ਹਨਾ ਹੀ ਨਹੀਂ। ਤਾਂ ਉਸਨੇ ਕਿਹਾ, ਇੰਨਾ ਵੱਡਾ ਕਾਰੋਬਾਰ ਹੈ, ਭਲਾ ਅੱਗੇ ਪੜ੍ਹਨ ਦੀ ਕੀ ਜ਼ਰੂਰਤ ਹੈ? ਗੱਲ ਤਾਂ ਉਸਦੀ ਵੀ ਬਿਲਕੁਲ ਠੀਕ ਸੀ। ਪੜ੍ਹਾਈ ਵਿੱਚ ਉਸਨੇ ਸਮਾਂ ਹੀ ਬਰਬਾਦ ਕਰਨਾ ਸੀ, ਕਿਉਂਕਿ ਉਸਨੇ ਤਾਂ ਆਪਣੇ ਪਾਪਾ ਦਾ ਕਾਰੋਬਾਰ ਹੀ ਸੰਭਾਲਣਾ ਸੀ ਅਤੇ ਇਹ ਦਫ਼ਤਰ ਵਿੱਚ ਵੀ ਜਾਇਆ ਕਰਦਾ ਸੀ। ਉਸਨੂੰ ਸਾਰੇ ਕੰਮ ਦੀ ਸਮਝ ਸੀ। ਪਰ ਵਿਆਹ ਵਾਲੀ ਗੱਲ 'ਤੇ ਮੈਂ ਮੁਸਕਰਾਉਣ ਲੱਗਦੀ। ਮੈਂ ਕਿਹਾ ਕਿ ਹਾਲੇ ਤੇਰਾ ਵਿਆਹ ਨਹੀਂ ਕਰਨਾ, ਹਾਲੇ ਤੇਰੇ ਵਿਆਹ ਦੀ ਉਮਰ ਨਹੀਂ ਹੈ। ਮੈਨੂੰ ਲੱਗਿਆ ਕਿ ਉਹ ਮਜ਼ਾਕ ਕਰ ਰਿਹਾ ਹੋਵੇਗਾ, ਪਰ ਉਸਨੇ ਹੁਣ ਵਾਰ-ਵਾਰ ਜਿੱਦ ਕਰਨੀ ਸ਼ੁਰੂ ਕਰ ਦਿੱਤੀ ਸੀ ਕਿ ਮੇਰਾ ਵਿਆਹ ਕਰਵਾ ਦਿਓ। ਪਹਿਲਾਂ ਤਾਂ ਉਹ ਮਜ਼ਾਕ ਕਰਦਾ ਸੀ, ਪਰ ਹੁਣ ਬਿਲਕੁਲ ਸੀਰੀਅਸ ਹੋ ਗਿਆ ਸੀ। ਉਂਝ ਤਾਂ ਸਾਡੇ ਖਾਨਦਾਨ ਵਿੱਚ ਬਹੁਤ ਮੁੰਡੇ ਸਨ। ਮੇਰੇ ਬੇਟੇ ਦੇ ਚਾਚੇ ਤਾਇਆਂ ਦੇ ਵੀ ਬਹੁਤ ਮੁੰਡੇ ਸਨ, ਪਰ ਇਹ ਕਦੇ ਵੀ ਕਿਸੇ ਨਾਲ ਦੋਸਤੀ ਨਹੀਂ ਕਰਦਾ ਸੀ। ਉਸਨੇ ਬਸ ਇੱਕ ਹੀ ਦੋਸਤ ਬਣਾਇਆ ਹੋਇਆ ਸੀ, ਜੋ ਬਹੁਤ ਅਮੀਰ ਖਾਨਦਾਨ ਦਾ ਸੀ ਅਤੇ ਪੂਰੇ ਮੁਹੱਲੇ ਵਿੱਚ ਸਭ ਤੋਂ ਜ਼ਿਆਦਾ ਅਮੀਰ ਘਰ ਦਾ ਮੁੰਡਾ ਸੀ, ਪਰ ਉਸਦਾ ਕੋਈ ਪਰਿਵਾਰ ਨਹੀਂ ਸੀ। ਮੇਰੇ ਮੁੰਡੇ ਦੀ ਬਸ ਉਸੇ ਨਾਲ ਦੋਸਤੀ ਸੀ। ਉਸਦਾ ਨਾਂ ਵਿੱਕੀ ਸੀ। ਉਹ ਇਕੱਲਾ ਰਹਿੰਦਾ ਸੀ। ਇੱਕ ਦਿਨ ਮੈਂ ਉਸ ਨਾਲ ਗੱਲ ਕੀਤੀ ਕਿ ਅੱਜ ਕੱਲ੍ਹ ਤੇਰੇ ਦੋਸਤ ਨੂੰ ਕੀ ਜਿੱਦ ਚੜ੍ਹ ਗਈ ਹੈ? ਇਹ ਤੇਰੇ ਤੋਂ 7-8 ਸਾਲ ਛੋਟਾ ਹੈ, ਹਾਲੇ ਤੇਰਾ ਵੀ ਵਿਆਹ ਨਹੀਂ ਹੋਇਆ ਅਤੇ ਇਹ ਚਾਹੁੰਦਾ ਹੈ ਕਿ ਮੈਂ ਇਸ ਦਾ ਵਿਆਹ ਕਰਵਾ ਦੇਵਾਂ। ਕੀ ਇਹ ਤੇਰੇ ਨਾਲ ਵੀ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ ਹੈ? ਤਾਂ ਵਿੱਕੀ ਨੇ ਕਿਹਾ, ਆਂਟੀ ਜੀ ਮੈਂ ਆਪ ਤੁਹਾਡੇ ਨਾਲ ਇਹ ਗੱਲ ਕਰਨ ਵਾਲਾ ਸੀ। ਉਸਨੇ ਕਿਹਾ ਕਿ ਇਹ ਤਾਂ ਪੂਰਾ ਦਿਨ ਇਸੇ ਤਰ੍ਹਾਂ ਦੀਆਂ ਗੱਲਾਂ ਕਰਦਾ ਰਹਿੰਦਾ ਹੈ। ਉਸਦੇ ਮੋਬਾਈਲ ਵਿੱਚ ਵੀ ਸਾਰੇ ਵਿਆਹ ਵਾਲੇ ਗਾਣੇ, ਲੋਕਾਂ ਦੇ ਵਿਆਹ ਵਾਲੀਆਂ ਫੋਟੋਆਂ, ਵੀਡੀਓ ਅਤੇ ਇਸੇ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਭਰੀਆਂ ਹੋਈਆਂ ਹਨ। ਦੁਲਹਨ ਬਣੀਆਂ ਹੋਈਆਂ ਕੁੜੀਆਂ ਦੀਆਂ ਫੋਟੋਆਂ ਨਾਲ ਤਾਂ ਇਸ ਦੇ ਫੋਨ ਦੀ ਗੈਲਰੀ ਭਰੀ ਪਈ ਹੈ। ਮੈਨੂੰ ਤਾਂ ਲੱਗਦਾ ਸੀ ਕਿ ਤੁਸੀਂ ਇਸ ਉੱਪਰ ਨਜ਼ਰ ਰੱਖਦੇ ਹੋ। ਇਹ ਸੁਣ ਕੇ ਤਾਂ ਮੈਂ ਹੈਰਾਨ ਹੀ ਰਹਿ ਗਈ। ਫਿਰ ਵਿੱਕੀ ਨੇ ਮੈਨੂੰ ਇੱਕ ਗੱਲ ਦੱਸੀ, ਜਿਸ ਨੂੰ ਸੁਣ ਕੇ ਮੈਂ ਬਹੁਤ ਪਰੇਸ਼ਾਨ ਹੋ ਗਈ। ਉਸਨੇ ਕਿਹਾ ਕਿ ਇਹ ਕਹਿ ਰਿਹਾ ਸੀ ਕਿ ਮੈਂ ਆਪਣੀ ਮੰਮੀ ਪਾਪਾ ਨੂੰ ਇਸੇ ਸਾਲ ਵਿਆਹ ਕਰਨ ਲਈ ਮਨਾ ਲਵਾਂਗਾ। ਜੇਕਰ ਉਹਨਾਂ ਨੇ ਮੇਰੀ ਗੱਲ ਨਹੀਂ ਮੰਨੀ ਤਾਂ ਫਿਰ ਮੈਂ ਉਹਨਾਂ ਨੂੰ ਕਹਾਂਗਾ ਕਿ ਮੈਂ ਆਤਮ ਹੱਤਿਆ ਕਰਨ ਵਾਲਾ ਹਾਂ, ਨਹੀਂ ਤਾਂ ਮੇਰਾ ਵਿਆਹ ਕਰਵਾ ਦਿਓ। ਇਹ ਮੇਰਾ ਇਕਲੌਤਾ ਬੇਟਾ ਸੀ, ਜਿਸ ਨੂੰ ਮੈਂ ਕਿੰਨੀਆਂ ਮੰਨਤਾਂ ਮੁਰਾਦਾਂ ਨਾਲ ਮੰਗਿਆ ਸੀ। ਉਹ ਵਿਆਹ ਤੋਂ 10 ਸਾਲ ਬਾਅਦ ਪੈਦਾ ਹੋਇਆ ਸੀ। ਮੈਂ ਵੀ ਸੋਚ ਲਿਆ ਸੀ ਕਿ ਮੈਂ ਉਸ ਦਾ ਵਿਆਹ ਕਰਵਾ ਦੇਵਾਂਗੀ। ਮੈਂ ਨਹੀਂ ਚਾਹੁੰਦੀ ਸੀ ਕਿ ਜਜ਼ਬਾਤ ਵਿੱਚ ਆ ਕੇ ਇਹ ਕੋਈ ਪੁੱਠੀ ਸਿੱਧੀ ਹਰਕਤ ਕਰ ਲਵੇ। ਅੱਜ ਕੱਲ੍ਹ ਦੇ ਬੱਚਿਆਂ ਦਾ ਕੁਝ ਪਤਾ ਨਹੀਂ ਚੱਲਦਾ। ਉਹਨਾਂ ਵਿੱਚ ਬਿਲਕੁਲ ਵੀ ਸਬਰ ਨਹੀਂ ਹੈ। ਜਦੋਂ ਮੈਂ ਆਪਣੇ ਪਤੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ 17 ਸਾਲ ਦੇ ਮੁੰਡੇ ਦਾ ਵਿਆਹ ਕਿਵੇਂ ਕਰ ਸਕਦੇ ਹਾਂ ਅਤੇ ਉਸ ਨਾਲ ਕੌਣ ਵਿਆਹ ਕਰੇਗਾ? ਕੁੜੀ ਵਾਲੇ ਪੁੱਛਣਗੇ ਕਿ ਮੁੰਡਾ ਕੀ ਕਰਦਾ ਹੈ ਤਾਂ ਅਸੀਂ ਕੀ ਕਹਾਂਗੇ? ਮੈਂ ਆਪਣੇ ਪਤੀ ਨੂੰ ਕਹਿ ਦਿੱਤਾ ਕਿ ਅਸੀਂ ਕਹਿ ਦੇਵਾਂਗੇ ਸਾਡਾ ਬਹੁਤ ਵੱਡਾ ਕਾਰੋਬਾਰ ਹੈ ਅਤੇ ਇਹ ਸਾਡੇ ਨਾਲ ਹੀ ਕੰਮ ਕਰਦਾ ਹੈ ਅਤੇ ਮੈਂ ਆਪਣੇ ਮੁੰਡੇ ਲਈ ਕੁੜੀ ਵੀ ਤਾਂ ਉਸਦੇ ਹਾਣ ਦੀ ਹੀ ਲੈ ਕੇ ਆਵਾਂਗੀ। ਤੁਸੀਂ ਬਸ ਇੱਕ ਵਾਰ ਹਾਂ ਕਹਿ ਦਿਓ। ਮੈਂ ਆਪਣੇ ਪਤੀ ਨੂੰ ਕਿਹਾ ਕਿ ਮੈਂ ਜਦੋਂ ਤੋਂ ਇਹ ਗੱਲ ਸੁਣੀ ਹੈ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਹਾਂ। ਉਸਦਾ ਦੋਸਤ ਇੱਕ ਚੰਗਾ ਭਲਾ ਸਮਝਦਾਰ ਮੁੰਡਾ ਹੈ, ਉਹ ਝੂਠ ਨਹੀਂ ਬੋਲੇਗਾ। ਉਸਨੇ ਇਹ ਗੱਲ ਬਹੁਤ ਪਰੇਸ਼ਾਨ ਹੋ ਕੇ ਦੱਸੀ ਹੈ। ਜੇਕਰ ਕੱਲ੍ਹ ਨੂੰ ਸਾਡੇ ਮੁੰਡੇ ਨੂੰ ਕੁਝ ਹੋ ਗਿਆ ਤਾਂ ਅਸੀਂ ਕੀ ਕਰਾਂਗੇ ਅਤੇ ਲੋਕਾਂ ਨੂੰ ਕੀ ਜਵਾਬ ਦੇਵਾਂਗੇ ਕਿ ਮੁੰਡਾ ਵਿਆਹ ਕਰਨਾ ਚਾਹੁੰਦਾ ਸੀ ਅਤੇ ਅਸੀਂ ਹਾਂ ਨਹੀਂ ਕੀਤੀ। ਵਿਆਹ ਕਰਨਾ ਕਿਹੜਾ ਕੋਈ ਪਾਪ ਹੈ? ਇਹ ਤਾਂ ਚੰਗੀ ਗੱਲ ਹੈ ਕਿ ਉਹ ਵਿਆਹ ਦੀ ਗੱਲ ਕਰ ਰਿਹਾ ਹੈ। ਮੇਰੇ ਪਤੀ ਨੇ ਕਿਹਾ, ਤੁਹਾਡੇ ਮਾਂ ਪੁੱਤ ਦੀਆਂ ਜਿੱਦਾਂ ਪੂਰੀਆਂ ਕਰਦੇ ਕਰਦੇ ਮੇਰੇ ਵਾਲ ਸਫੇਦ ਹੋ ਗਏ ਹਨ। ਉਂਝ ਵੀ ਤੁਸੀਂ ਘਰ ਦੇ ਮਾਮਲਿਆਂ ਵਿੱਚ ਮੈਨੂੰ ਬੋਲਣ ਹੀ ਕਿੱਥੇ ਦਿੰਦੇ ਹੋ। ਮੈਂ ਤਾਂ ਬਸ ਤੁਹਾਡੇ ਲਈ ਇੱਕ ਪੈਸਾ ਕਮਾਉਣ ਦੀ ਮਸ਼ੀਨ ਹਾਂ। ਜੋ ਵੀ ਕਰਨਾ ਹੈ ਕਰ ਲਓ। 2 ਟਾਈਮ ਦੀ ਰੋਟੀ ਤਾਂ ਮੈਂ ਬਾਹਰ ਹੀ ਖਾਂਦਾ ਹਾਂ। 1 ਟਾਈਮ ਦੀ ਰਹਿ ਜਾਂਦੀ ਹੈ, ਉਹ ਵੀ ਬਾਹਰ ਹੀ ਖਾ ਲਿਆ ਕਰਾਂਗਾ। ਪਰ ਕੋਈ ਅਜਿਹੀ ਕੁੜੀ ਲੱਭੀ ਜਿਸ ਨਾਲ ਤੁਹਾਡਾ ਗੁਜ਼ਾਰਾ ਹੋ ਜਾਵੇ ਅਤੇ ਆਪਣੇ ਘਰ ਵਿੱਚ ਆਪਣੇ ਮੁੰਡੇ ਨੂੰ ਸੰਭਾਲ ਕੇ ਰੱਖੀ। ਮੈਨੂੰ ਕੋਈ ਦਿੱਕਤ ਨਹੀਂ ਹੈ। ਫਿਰ ਮੈਂ ਆਪਣੀ ਇੱਕ ਸਹੇਲੀ ਨੂੰ ਕਿਹਾ ਕਿ ਮੈਨੂੰ ਆਪਣੇ ਮੁੰਡੇ ਲਈ ਕੋਈ ਰਿਸ਼ਤਾ ਚਾਹੀਦਾ ਹੈ। ਤਾਂ ਉਸਨੇ ਕਿਹਾ ਕਿ ਤੂੰ ਆਪਣੇ ਇੰਨੇ ਛੋਟੇ ਮੁੰਡੇ ਦਾ ਵਿਆਹ ਕਰੇਂਗੀ?
ਉਸ ਨੂੰ ਪਤਾ ਵੀ ਹੈ ਵਿਆਹ ਕੀ ਹੁੰਦਾ ਹੈ, ਵਿਆਹ ਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆਂ ਹਨ। ਮੈਂ ਕਿਹਾ ਬਸ ਮੈਨੂੰ ਕੁਝ ਨਹੀਂ ਪਤਾ, ਤੂੰ ਭਾਵੇਂ ਜਿੰਨੇ ਮਰਜ਼ੀ ਪੈਸੇ ਲੈ ਲੈ, ਬਸ ਇੱਕ ਵਧੀਆ ਰਿਸ਼ਤਾ ਲੱਭ ਦੇ। ਤਾਂ ਉਸਨੇ ਕਿਹਾ ਠੀਕ ਹੈ, ਰਿਸ਼ਤੇ ਤਾਂ ਮਿਲ ਜਾਣਗੇ, ਪਰ ਉਸ ਕੁੜੀ ਦਾ ਖਿਆਲ ਵੀ ਤੈਨੂੰ ਹੀ ਰੱਖਣਾ ਹੋਵੇਗਾ। ਇਹ ਨਾ ਹੋਵੇ ਕਿ ਬਚਪਨੇ ਵਿੱਚ ਆ ਕੇ ਉਹ ਦੋਵੇਂ ਲੜਾਈ ਕਰਦੇ ਰਹਿਣ ਅਤੇ ਜਿਸ ਤਰ੍ਹਾਂ ਉਸ ਨੂੰ ਵਿਆਹ ਦਾ ਸ਼ੌਂਕ ਚੜ੍ਹਿਆ ਹੈ ਉਸੇ ਤਰ੍ਹਾਂ ਉਹ ਤਲਾਕ ਦੀ ਵੀ ਡਿਮਾਂਡ ਕਰਨ ਲੱਗ ਜਾਵੇ। ਮੈਂ ਉਸ ਨੂੰ ਕਿਹਾ ਕਿ ਚੁੱਪ ਕਰ, ਮੈਂ ਆਪਣੇ ਮੁੰਡੇ ਦੀਆਂ ਵਿਆਹ ਦੀਆਂ ਗੱਲਾਂ ਕਰ ਰਹੀ ਹਾਂ ਅਤੇ ਤੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪਈ ਹੈ। ਖੈਰ, ਉਸਨੇ 1-2 ਮਹੀਨੇ ਬਾਅਦ ਇੱਕ ਰਿਸ਼ਤਾ ਲੱਭ ਲਿਆ ਅਤੇ ਮੈਂ ਆਪਣੇ ਮੁੰਡੇ ਨੂੰ ਕਹਿ ਦਿੱਤਾ ਕਿ ਮੈਂ ਤੇਰਾ ਵਿਆਹ ਕਰ ਰਹੀ ਹਾਂ, ਇਸ ਲਈ ਤੈਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਮੇਰੀ ਗੱਲ ਸੁਣ ਕੇ ਉਹ ਵੀ ਬਹੁਤ ਖੁਸ਼ ਹੋ ਗਿਆ। ਹੁਣ ਉਹ ਮੇਰੀ ਹਰ ਗੱਲ ਮੰਨਣ ਲੱਗਾ। ਹੁਣ ਉਹ ਬਹੁਤ ਚੰਗਾ ਬਣ ਗਿਆ ਸੀ, ਬਿਲਕੁਲ ਉਸੇ ਤਰ੍ਹਾਂ ਦਾ ਜਿਵੇਂ ਦਾ ਮੈਂ ਹਮੇਸ਼ਾ ਤੋਂ ਚਾਹੁੰਦੀ ਸੀ, ਕਿਉਂਕਿ ਉਸ ਨੂੰ ਵੀ ਪਤਾ ਸੀ ਕਿ ਮੇਰੀ ਮੰਮੀ ਮੇਰਾ ਵਿਆਹ ਕਰਵਾ ਰਹੀ ਹੈ। ਕੁੜੀ ਦਾ ਨਾਂ ਜਸਮੀਤ ਸੀ। ਕੁੜੀ ਬਹੁਤ ਸੋਹਣੀ ਸੀ ਅਤੇ ਉਮਰ ਵਿੱਚ ਮੇਰੇ ਮੁੰਡੇ ਤੋਂ ਥੋੜ੍ਹੀ ਵੱਡੀ ਸੀ, ਪਰ ਮੈਂ ਆਪਣੇ ਮੁੰਡੇ ਨੂੰ ਇਹ ਗੱਲ ਨਹੀਂ ਦੱਸੀ, ਕਿਉਂਕਿ ਜੇਕਰ ਉਸ ਲਈ ਛੋਟੀ ਉਮਰ ਦੀ ਕੁੜੀ ਤਲਾਸ਼ ਕਰਦੀ ਤਾਂ ਪਤਾ ਨਹੀਂ ਕਿੰਨਾ ਟਾਈਮ ਲੱਗ ਜਾਂਦਾ। ਪਰ ਇਸ ਦੀ ਉਮਰ ਵੀ ਕੋਈ ਬਹੁਤ ਜ਼ਿਆਦਾ ਵੱਡੀ ਨਹੀਂ ਸੀ। ਉਹ 18 ਸਾਲ ਦੀ ਸੀ ਅਤੇ ਮੇਰਾ ਮੁੰਡਾ 17 ਸਾਲ ਦਾ। ਮੈਂ ਆਪਣੇ ਮੁੰਡੇ ਨੂੰ ਤਾਂ ਜ਼ਿਆਦਾ ਕੁਝ ਸਮਝਾ ਨਹੀਂ ਸਕਦੀ ਸੀ, ਪਰ ਆਪਣੀ ਬਹੂ ਨੂੰ ਸਮਝਾ ਦਿੱਤਾ ਕਿ ਚੰਗੇ ਤਰੀਕੇ ਨਾਲ ਰਹਿਣਾ ਹੈ। ਜੇਕਰ ਕੋਈ ਵੀ ਦਿੱਕਤ ਜਾਂ ਪਰੇਸ਼ਾਨੀ ਹੋਵੇ ਤਾਂ ਮੈਨੂੰ ਜ਼ਰੂਰ ਦੱਸੀ। ਉਸਨੇ ਕਿਹਾ ਠੀਕ ਹੈ। ਇਸ ਤਰ੍ਹਾਂ ਮੇਰੇ ਮੁੰਡੇ ਦਾ ਵਿਆਹ ਹੋ ਗਿਆ। ਮੈਂ ਉਸ ਦਾ ਵਿਆਹ ਬਹੁਤ ਧੂਮਧਾਮ ਨਾਲ ਕੀਤਾ ਸੀ। ਸਵੇਰ ਦੇ 4 ਵਜੇ ਦਾ ਸਮਾਂ ਸੀ ਜਦੋਂ ਕਿਸੇ ਨੇ ਮੇਰੇ ਕਮਰੇ ਦੇ ਦਰਵਾਜ਼ੇ ਦਾ ਕੁੰਡਾ ਖੜਕਾਇਆ। ਮੈਂ ਦਰਵਾਜ਼ਾ ਖੋਲ੍ਹਾਂ ਤਾਂ ਸਾਹਮਣੇ ਮੇਰਾ ਮੁੰਡਾ ਖੜਾ ਸੀ। ਮੈਂ ਕਿਹਾ ਕੀ ਹੋ ਗਿਆ ਹੈ? ਉਸ ਦੀ ਸ਼ਕਲ ਤੋਂ ਲੱਗ ਰਿਹਾ ਸੀ ਜਿਵੇਂ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੈ। ਉਸਨੇ ਕਿਹਾ ਕਿ ਮੰਮੀ ਜਸਮੀਤ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਹੈ। ਮੈਂ ਕਿਹਾ ਕਿ ਉਹ ਥੱਕ ਗਈ ਹੋਵੇਗੀ, ਉਸ ਦੇ ਸਿਰ ਵਿੱਚ ਦਰਦ ਹੋਵੇਗਾ, ਤੂੰ ਜਾ, ਮੈਂ ਹੁਣੇ ਚਾਹ ਬਣਾ ਕੇ ਭੇਜਦੀ ਹਾਂ। ਤਾਂ ਉਸਨੇ ਕਿਹਾ ਕਿ ਨਹੀਂ, ਚਾਹ ਦੀ ਗੱਲ ਨਹੀਂ ਹੈ, ਉਸ ਦੇ ਸਿਰ ਵਿੱਚ ਦਰਦ ਨਹੀਂ ਹੈ, ਕੋਈ ਹੋਰ ਹੀ ਗੱਲ ਹੈ ਅਤੇ ਉਹ ਮਰ ਜਾਵੇਗੀ। ਉਸ ਦੀ ਤਬੀਅਤ ਬਹੁਤ ਖਰਾਬ ਹੈ, ਤੁਸੀਂ ਪਲੀਜ਼ ਮੇਰੇ ਨਾਲ ਚੱਲੋ। ਮੈਨੂੰ ਥੋੜ੍ਹੀ ਗੱਲ ਸਮਝ ਆਉਣ ਲੱਗੀ। ਮੈਂ ਕਮਰੇ ਵਿੱਚ ਗਈ ਤਾਂ ਮੇਰਾ ਅੰਦਾਜ਼ਾ ਬਿਲਕੁਲ ਠੀਕ ਸੀ। ਮੇਰੀ ਬਹੂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਸੀ। ਉਸ ਨੂੰ ਡਾਕਟਰ ਕੋਲ ਲੈ ਕੇ ਜਾਣ ਦੀ ਜ਼ਰੂਰਤ ਸੀ। ਅਸੀਂ 1 ਮਿੰਟ ਦੀ ਵੀ ਦੇਰੀ ਨਹੀਂ ਕਰ ਸਕਦੇ ਸੀ। ਮੈਂ ਆਪਣੇ ਪਤੀ ਨੂੰ ਕਿਹਾ ਕਿ ਫਟਾਫਟ ਗੱਡੀ ਕੱਢੋ ਅਤੇ ਅਸੀਂ ਆਪਣੀ ਬਹੂ ਨੂੰ ਡਾਕਟਰ ਕੋਲ ਲੈ ਗਏ। ਡਾਕਟਰ ਨੇ ਉਸ ਨੂੰ ਚੈੱਕ ਕੀਤਾ ਅਤੇ ਕਿਹਾ ਹੁਣ ਇਸ ਦੀ ਹਾਲਤ ਠੀਕ ਹੈ। ਮੈਂ ਲੇਡੀ ਡਾਕਟਰ ਦੇ ਸਾਹਮਣੇ ਬੈਠੀ ਸੀ। ਮੇਰਾ ਬੇਟਾ ਬਾਹਰ ਸੀ, ਮੇਰਾ ਪਤੀ ਵੀ ਬਾਹਰ ਸੀ। ਲੇਡੀ ਡਾਕਟਰ ਨੇ ਕਿਹਾ ਕਿ ਅੱਜ ਕੱਲ੍ਹ ਦੇ ਮਰਦਾਂ ਦਾ ਤਾਂ ਬੁਰਾ ਹਾਲ ਹੈ, ਤੁਸੀਂ ਆਪਣੇ ਬੇਟੇ ਨੂੰ ਕੁਝ ਸਮਝਾਇਆ ਨਹੀਂ ਸੀ? ਮੈਂ ਕਿਹਾ ਕਿ ਮੈਂ ਜਿੰਨਾ ਸਮਝਾ ਸਕਦੀ ਸੀ ਸਮਝਾਇਆ ਸੀ, ਪਰ ਇਸ ਤੋਂ ਜ਼ਿਆਦਾ ਸਮਝਣ ਦੀ ਸ਼ਾਇਦ ਉਸ ਨੂੰ ਅਕਲ ਹੀ ਨਹੀਂ ਸੀ। ਉਸਨੇ ਕਿਹਾ ਕਿ ਕੀ ਮਤਲਬ ਹੈ? ਮੈਂ ਕਿਹਾ ਕਿ ਉਹ ਮੁੰਡਾ ਜੋ ਹੁਣੇ ਇੱਧਰ ਆਇਆ ਸੀ ਉਹੀ ਮੇਰਾ ਬੇਟਾ ਹੈ। ਡਾਕਟਰ ਹੈਰਾਨ ਰਹਿ ਗਈ। ਉਸਨੇ ਕਿਹਾ ਕਿ ਮੈਨੂੰ ਲੱਗਿਆ ਸੀ ਉਹ ਤੁਹਾਡਾ ਛੋਟਾ ਮੁੰਡਾ ਹੈ, ਤੁਸੀਂ ਇੰਨੇ ਛੋਟੇ ਬੱਚੇ ਦਾ ਵਿਆਹ ਕਰ ਦਿੱਤਾ ਤਾਂ ਫਿਰ ਇਹ ਸਭ ਕੁਝ ਹੋਣਾ ਹੀ ਸੀ। ਮੈਂ ਕਿਹਾ ਕਿ ਮੈਂ ਬਹੁਤ ਮਜਬੂਰ ਸੀ। ਡਾਕਟਰ ਨੇ ਕਿਹਾ ਕਿ ਅਜਿਹੀ ਵੀ ਕਿਹੜੀ ਮਜਬੂਰੀ ਹੋ ਗਈ ਸੀ, ਬਸ ਤੁਹਾਡੇ ਵਰਗੇ ਲੋਕਾਂ ਨੂੰ ਛੋਟੀ ਉਮਰ ਵਿੱਚ ਬਹੂ ਲਿਆਉਣ ਦਾ ਸ਼ੌਂਕ ਹੁੰਦਾ ਹੈ। ਡਾਕਟਰ ਮੈਨੂੰ ਵੀ ਬਾਕੀ ਔਰਤਾਂ ਦੀ ਤਰ੍ਹਾਂ ਸਮਝ ਰਹੀ ਸੀ। ਮੈਂ ਕਿਹਾ ਕਿ ਨਹੀਂ, ਅਜਿਹੀ ਕੋਈ ਗੱਲ ਨਹੀਂ ਹੈ। ਮੇਰੇ ਦਿਮਾਗ ਵਿੱਚ ਤਾਂ ਮੇਰੇ ਬੇਟੇ ਦੇ ਵਿਆਹ ਬਾਰੇ ਕੋਈ ਖਿਆਲ ਵੀ ਨਹੀਂ ਸੀ, ਪਰ ਉਸਨੇ ਜਦੋਂ ਆਤਮ ਹੱਤਿਆ ਦੀ ਧਮਕੀ ਦਿੱਤੀ ਤਾਂ ਮੈਨੂੰ ਮਜਬੂਰੀ ਵਿੱਚ ਉਸ ਦਾ ਵਿਆਹ ਕਰਵਾਉਣਾ ਪਿਆ। ਡਾਕਟਰ ਨੇ ਕਿਹਾ ਕਿ ਮੁੰਡੇ ਇਸੇ ਤਰ੍ਹਾਂ ਹੀ ਧਮਕੀਆਂ ਦਿੰਦੇ ਹਨ, ਇਸੇ ਤਰ੍ਹਾਂ ਕੋਈ ਵੀ ਆਪਣੀ ਜਾਨ ਨਹੀਂ ਲੈਂਦਾ ਅਤੇ ਮੈਂ ਤੁਹਾਡੀ ਹਾਲਤ ਸਮਝ ਸਕਦੀ ਹਾਂ। ਤੁਸੀਂ ਮਾਂ ਹੋ ਅਤੇ ਉਹ ਤੁਹਾਡਾ ਇਕਲੌਤਾ ਮੁੰਡਾ ਹੈ ਤਾਂ ਤੁਹਾਨੂੰ ਪਰੇਸ਼ਾਨੀ ਤਾਂ ਹੋਣੀ ਹੀ ਸੀ ਅਤੇ ਤੁਹਾਡੇ ਬੇਟੇ ਨੇ ਇਸੇ ਪਰੇਸ਼ਾਨੀ ਦਾ ਫਾਇਦਾ ਚੁੱਕ ਲਿਆ। ਪਰ ਹੁਣ ਜੋ ਹੋ ਗਿਆ ਸੋ ਹੋ ਗਿਆ, ਹੁਣ ਤੁਸੀਂ ਆਪਣੀ ਬਹੂ ਦਾ ਖਿਆਲ ਰੱਖੋ। ਮੈਂ ਕਿਹਾ ਠੀਕ ਹੈ, ਮੈਂ ਉਸ ਦਾ ਬਹੁਤ ਖਿਆਲ ਰੱਖਾਂਗੀ। ਡਾਕਟਰ ਨੇ ਦਵਾਈ ਵਗੈਰਾ ਲਿਖ ਕੇ ਦੇ ਦਿੱਤੀ ਅਤੇ ਉਸਨੇ ਕਿਹਾ ਕਿ ਦੁਬਾਰਾ ਆਉਣ ਦੀ ਜ਼ਰੂਰਤ ਨਹੀਂ ਹੋਵੇਗੀ, ਸਭ ਕੁਝ ਠੀਕ ਹੋ ਜਾਵੇਗਾ, ਫਿਰ ਕਦੇ ਚੈੱਕਅਪ ਲਈ ਆ ਜਾਇਓ। ਮੈਂ ਬਹੂ ਨੂੰ ਪੁੱਛਿਆ ਕਿ ਹੁਣ ਉਸ ਦੀ ਤਬੀਅਤ ਕਿਵੇਂ ਹੈ ਤਾਂ ਉਹ ਕੁਝ ਬੋਲ ਨਹੀਂ ਰਹੀ ਸੀ, ਸ਼ਾਇਦ ਸ਼ਰਮਾ ਰਹੀ ਸੀ, ਇਸ ਲਈ ਮੈਂ ਹੋਰ ਜ਼ਿਆਦਾ ਸਵਾਲ ਨਹੀਂ ਕੀਤੇ। ਮੈਂ ਆਪਣੇ ਪਤੀ ਨੂੰ ਕਿਹਾ ਕਿ ਤੁਸੀਂ ਆਪਣੇ ਮੁੰਡੇ ਨੂੰ ਸਮਝਾਇਆ ਕਰੋ, ਤੁਸੀਂ ਉਸ ਨਾਲ ਜ਼ਿਆਦਾ ਵਧੀਆ ਤਰੀਕੇ ਨਾਲ ਗੱਲ ਕਰ ਸਕਦੇ ਹੋ।
ਤੁਹਾਡੇ ਲਈ ਇਹ ਸਭ ਕੁਝ ਆਸਾਨ ਹੈ। ਮੇਰੇ ਪਤੀ ਵਿੱਚ ਬਸ ਇਹੀ ਇੱਕ ਬੁਰੀ ਆਦਤ ਸੀ ਕਿ ਉਸ ਨੂੰ ਘਰ ਦੇ ਮਾਮਲਿਆਂ ਵਿੱਚ ਬੋਲਣ ਦਾ ਕੋਈ ਸ਼ੌਂਕ ਨਹੀਂ ਸੀ। ਉਹ ਕਹਿੰਦੇ ਸੀ ਕਿ ਮੈਨੂੰ ਘਰ ਦੇ ਮਾਮਲਿਆਂ ਵਿੱਚ ਬੋਲਣ ਨਹੀਂ ਦਿੰਦੇ, ਪਰ ਦਰਅਸਲ ਉਹ ਆਪ ਵੀ ਕੋਈ ਦਿਲਚਸਪੀ ਨਹੀਂ ਲੈਂਦੇ ਸੀ। ਉਸਨੇ ਕਿਹਾ ਕਿ ਹੁਣ ਇਹ ਦਿਨ ਆ ਗਏ ਹਨ ਕਿ ਮੈਂ ਆਪਣੇ ਬੇਟੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰਾਂ। ਤੂੰ ਹੀ ਉਸ ਦਾ ਵਿਆਹ ਕੀਤਾ ਹੈ, ਇਸ ਲਈ ਤੂੰ ਹੀ ਇਹ ਮਾਮਲਾ ਸੰਭਾਲ। ਮੈਂ ਪਹਿਲਾਂ ਹੀ ਕਿਹਾ ਸੀ ਕਿ ਜੇਕਰ ਕੋਈ ਗੱਲ ਹੋਈ ਤਾਂ ਮੈਂ ਜ਼ਿੰਮੇਵਾਰ ਨਹੀਂ ਹੋਵਾਂਗਾ। ਮੈਂ ਆਪਣੇ ਪਤੀ ਨੂੰ ਸਮਝਾਇਆ ਕਿ ਇਹ ਕੀ ਗੱਲ ਹੁੰਦੀ ਹੈ, ਤੁਸੀਂ ਵੱਡੇ ਹੋ, ਉਹ ਤੁਹਾਡਾ ਮੁੰਡਾ ਹੈ, ਪਰ ਉਹਨਾਂ ਨੇ ਮੇਰੀ ਗੱਲ ਨਹੀਂ ਮੰਨੀ। ਮੈਨੂੰ ਤਾਂ ਲੱਗ ਰਿਹਾ ਸੀ ਸ਼ਾਇਦ ਮੈਨੂੰ ਆਪ ਹੀ ਆਪਣੇ ਬੇਟੇ ਨੂੰ ਸਮਝਾਉਣਾ ਪਵੇਗਾ ਅਤੇ ਸ਼ਾਇਦ ਉਹ ਮੇਰੀ ਗੱਲ ਸਮਝ ਵੀ ਜਾਵੇਗਾ। ਇਸ ਗੱਲ ਨੂੰ ਇੱਕ ਹਫ਼ਤਾ ਗੁਜ਼ਰ ਗਿਆ ਜਦੋਂ ਇੱਕ ਦਿਨ ਸਵੇਰੇ ਮੈਂ ਦੇਖਿਆ ਕਿ ਮੇਰਾ ਮੁੰਡਾ ਅਤੇ ਬਹੂ ਦੋਵੇਂ ਘਰ ਤੋਂ ਬਾਹਰ ਜਾ ਰਹੇ ਸਨ। ਮੈਂ ਪੁੱਛਿਆ, ਬਹੂ ਇੰਨੀ ਸਵੇਰੇ ਕਿੱਥੇ ਜਾ ਰਹੇ ਹੋ? ਉਹ ਚੁੱਪ ਹੋ ਗਈ। ਮੈਂ ਸਵਾਲ ਆਪਣੀ ਬਹੂ ਨੂੰ ਕੀਤਾ ਸੀ, ਜਦੋਂ ਕਿ ਜਵਾਬ ਮੇਰੇ ਮੁੰਡੇ ਨੇ ਦਿੱਤਾ। ਉਸਨੇ ਕਿਹਾ ਕਿ ਮੰਮੀ ਅਸੀਂ ਮਾਰਨਿੰਗ ਵਾਕ 'ਤੇ ਜਾ ਰਹੇ ਹਾਂ, ਸੈਰ ਸਿਹਤ ਲਈ ਚੰਗੀ ਹੁੰਦੀ ਹੈ। ਮੈਂ ਕਿਹਾ ਕਿ ਤੁਸੀਂ ਕਿਹੜਾ ਹਾਲੇ ਬੁੱਢੇ ਹੋ ਗਏ ਹੋ, ਇਸ ਉਮਰ ਵਿੱਚ ਤਾਂ ਜਿੰਨਾ ਮਰਜ਼ੀ ਖਾ ਲਓ, ਇਨਸਾਨ ਮੋਟਾ ਨਹੀਂ ਹੁੰਦਾ। ਮੇਰੇ ਮੁੰਡੇ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੀ ਆਦਤ ਜੇਕਰ ਹੁਣੇ ਬਣਾਵਾਂਗੇ ਤਾਂ ਹੀ ਅੱਗੇ ਜਾ ਕੇ ਬਣੀ ਰਹੇਗੀ, ਇਸ ਲਈ ਅਸੀਂ ਸੈਰ ਕਰਨ ਜਾ ਰਹੇ ਹਾਂ। ਮੈਂ ਕਿਹਾ ਠੀਕ ਹੈ। ਮੈਂ ਉਹਨਾਂ ਉੱਪਰ ਜ਼ਿਆਦਾ ਰੋਕ ਟੋਕ ਨਹੀਂ ਲਗਾਉਣਾ ਚਾਹੁੰਦੀ ਸੀ, ਪਰ ਸੈਰ ਤੋਂ ਤਾਂ ਬੰਦਾ 1 ਘੰਟੇ ਬਾਅਦ ਜਾਂ ਅੱਧੇ ਘੰਟੇ ਬਾਅਦ ਵਾਪਸ ਆ ਜਾਂਦਾ ਹੈ, ਪਰ ਉਹ ਤਾਂ ਦੁਪਹਿਰ ਨੂੰ ਵਾਪਸ ਆਏ। ਮੈਂ ਆਪਣੀ ਬਹੂ ਨੂੰ ਪੁੱਛਿਆ ਕਿ ਇੰਨੀ ਦੇਰ ਕਿੱਥੇ ਲੱਗ ਗਈ, ਤਾਂ ਉਸਨੇ ਕਿਹਾ ਕਿ ਮੰਮੀ ਜੀ ਬਹੁਤ ਭੀੜ ਸੀ। ਜਦੋਂ ਮੇਰਾ ਮੁੰਡਾ ਉਸ ਨੂੰ ਅਜੀਬ ਜਿਹੀਆਂ ਨਜ਼ਰਾਂ ਨਾਲ ਦੇਖਣ ਲੱਗਿਆ ਤਾਂ ਉਹ ਚੁੱਪ ਹੋ ਗਈ। ਮੈਂ ਕਿਹਾ ਭੀੜ ਕਿੱਥੇ ਸੀ? ਤਾਂ ਮੇਰੇ ਮੁੰਡੇ ਨੇ ਕਿਹਾ ਕਿ ਪਾਰਕ ਵਿੱਚ ਬਹੁਤ ਭੀੜ ਸੀ, ਅਸੀਂ ਉੱਥੇ ਬੈਠਣਾ ਚਾਹੁੰਦੇ ਸੀ ਪਰ ਜਗ੍ਹਾ ਹੀ ਨਹੀਂ ਮਿਲ ਰਹੀ ਸੀ, ਤਾਂ ਬਸ ਇੱਧਰ ਉੱਧਰ ਫਿਰਦੇ ਰਹੇ ਅਤੇ ਇਸੇ ਤਰ੍ਹਾਂ ਬਹੁਤ ਸਮਾਂ ਲੰਘ ਗਿਆ। ਮੈਂ ਹੈਰਾਨ ਰਹਿ ਗਈ ਕਿ ਇੱਥੇ ਪਾਰਕ ਤਾਂ ਇੰਨਾ ਸੋਹਣਾ ਵੀ ਨਹੀਂ ਬਣਿਆ ਹੋਇਆ ਸੀ ਜਿਸ ਵਿੱਚ ਜਾ ਕੇ ਇਨਸਾਨ ਮਸਤ ਹੀ ਹੋ ਜਾਵੇ ਅਤੇ ਇੰਨੇ ਘੰਟੇ ਲਗਾ ਦੇਵੇ, ਪਰ ਉਹਨਾਂ ਦਾ ਹਾਲੇ ਨਵਾਂ ਵਿਆਹ ਹੋਇਆ ਸੀ, ਸ਼ਾਇਦ ਇਸੇ ਲਈ ਗੱਲਾਂ ਵਿੱਚ ਬਿਜ਼ੀ ਹੋ ਗਏ ਹੋਣਗੇ। ਹੁਣ ਉਹ ਹਰ ਰੋਜ਼ ਸਵੇਰ ਨੂੰ ਸੈਰ ਲਈ ਜਾਂਦੇ ਸਨ ਅਤੇ ਮੇਰੀ ਬਹੂ ਆਪਣੇ ਨਾਲ ਆਪਣਾ ਹੈਂਡਬੈਗ ਵੀ ਲੈ ਜਾਂਦੀ ਸੀ, ਜਦੋਂ ਕਿ ਉਸ ਨੂੰ ਸੈਰ 'ਤੇ ਜਾਣ ਲਈ ਹੈਂਡਬੈਗ ਦੀ ਕੋਈ ਜ਼ਰੂਰਤ ਨਹੀਂ ਸੀ। ਪਰ ਮੇਰੀ ਬਹੂ ਦੀ ਤਬੀਅਤ ਦਿਨ ਬ ਦਿਨ ਖਰਾਬ ਰਹਿੰਦੀ ਸੀ, ਉਹ ਡਰੀ ਹੋਈ ਰਹਿੰਦੀ ਸੀ। ਮੈਨੂੰ ਸਮਝ ਨਹੀਂ ਆਉਂਦਾ ਸੀ ਕਿ ਕੀ ਹੋ ਰਿਹਾ ਹੈ। ਮੈਂ ਤਾਂ ਉਸ ਨੂੰ ਕਿਹਾ ਸੀ ਕਿ ਜੇਕਰ ਕੋਈ ਵੀ ਦਿੱਕਤ ਹੋਵੇ ਤਾਂ ਸਭ ਤੋਂ ਪਹਿਲਾਂ ਮੈਨੂੰ ਦੱਸੀ, ਪਰ ਉਹ ਮੈਨੂੰ ਕੁਝ ਵੀ ਨਹੀਂ ਦੱਸਦੀ ਸੀ। ਕਦੇ-ਕਦੇ ਉਹਨਾਂ ਦੇ ਕਮਰੇ ਵਿੱਚੋਂ ਲੜਾਈ ਝਗੜਾ ਕਰਨ ਦੀ ਆਵਾਜ਼ ਵੀ ਆਉਂਦੀ ਸੀ, ਪਰ ਉਹ ਕੁਝ ਨਹੀਂ ਦੱਸਦੀ ਸੀ। ਤਾਂ ਮੈਂ ਉਸ ਨੂੰ ਪੁੱਛਿਆ ਕਿ ਸਭ ਕੁਝ ਠੀਕ ਤਾਂ ਹੈ ਨਾ? ਤਾਂ ਉਸਨੇ ਕਿਹਾ, ਹਾਂਜੀ ਬਿਲਕੁਲ ਠੀਕ ਹੈ, ਤੁਹਾਡਾ ਬੇਟਾ ਬਹੁਤ ਵਧੀਆ ਤਰ੍ਹਾਂ ਨਾਲ ਮੇਰਾ ਖਿਆਲ ਰੱਖਦਾ ਹੈ। ਪਰ ਮੇਰਾ ਮੁੰਡਾ ਵੀ ਕੁਝ ਪਰੇਸ਼ਾਨ ਜਿਹਾ ਰਹਿੰਦਾ ਸੀ। ਇੱਕ ਦਿਨ ਜਦੋਂ ਵਿੱਕੀ ਸਾਡੇ ਘਰ ਆਇਆ ਤਾਂ ਮੈਂ ਉਸ ਨੂੰ ਪੁੱਛਿਆ ਕਿ ਕੀ ਮੇਰੇ ਮੁੰਡੇ ਨੇ ਤੇਰੇ ਨਾਲ ਕੋਈ ਗੱਲ ਕੀਤੀ ਹੈ? ਮੈਂ ਵਿੱਕੀ ਨੂੰ ਵੀ ਆਪਣਾ ਮੁੰਡਾ ਹੀ ਬਣਾਇਆ ਹੋਇਆ ਸੀ, ਕਿਉਂਕਿ ਉਸ ਦੀ ਮੰਮੀ ਇਸ ਦੁਨੀਆ ਵਿੱਚ ਨਹੀਂ ਸੀ ਅਤੇ ਉਸ ਦੀ ਮੰਮੀ ਮੇਰੀ ਸਹੇਲੀ ਸੀ। ਉਹ ਵਿੱਕੀ ਦੇ ਪੈਦਾ ਹੋਣ ਤੋਂ ਬਾਅਦ ਹੀ ਇਸ ਦੁਨੀਆ ਤੋਂ ਚਲੀ ਗਈ ਸੀ। ਉਦੋਂ ਤੋਂ ਵਿੱਕੀ ਸਾਡੇ ਘਰ ਆਉਂਦਾ ਜਾਂਦਾ ਸੀ। ਮੈਂ ਉਸ ਨੂੰ ਆਪਣੇ ਹੱਥਾਂ ਨਾਲ ਰੋਟੀ ਖਵਾਉਂਦੀ ਸੀ। ਉਹ ਮੈਨੂੰ ਮੰਮੀ ਕਹਿੰਦਾ ਸੀ, ਇਸ ਲਈ ਉਹ ਹਰ ਗੱਲ ਮੈਨੂੰ ਦੱਸਦਾ ਸੀ ਕਿ ਮੇਰਾ ਮੁੰਡਾ ਆਤਮ ਹੱਤਿਆ ਕਰਨ 'ਤੇ ਤੁਲਿਆ ਹੋਇਆ ਹੈ। ਇਸ ਲਈ ਮੈਨੂੰ ਲੱਗਿਆ ਕਿ ਸ਼ਾਇਦ ਇਸ ਵਾਰ ਵੀ ਉਸਨੇ ਵਿੱਕੀ ਨੂੰ ਜ਼ਰੂਰ ਕੁਝ ਦੱਸਿਆ ਹੋਵੇਗਾ, ਪਰ ਇਸ ਵਾਰ ਅਲੱਗ ਗੱਲ ਸੀ। ਉਸਨੇ ਕਿਹਾ ਕਿ ਨਹੀਂ, ਅਜਿਹਾ ਤਾਂ ਕੁਝ ਵੀ ਨਹੀਂ ਹੈ। ਜਦੋਂ ਤੋਂ ਉਸ ਦਾ ਵਿਆਹ ਹੋਇਆ ਹੈ ਉਸਨੇ ਮੇਰੇ ਨਾਲ ਆਪਣੇ ਵਿਆਹ ਬਾਰੇ ਕੋਈ ਗੱਲ ਨਹੀਂ ਕੀਤੀ ਹੈ। ਸ਼ਾਇਦ ਹੁਣ ਤੁਹਾਡਾ ਮੁੰਡਾ ਵੱਡਾ ਹੋ ਗਿਆ ਹੈ, ਉਸ ਨੂੰ ਇਸ ਗੱਲ ਦੀ ਸਮਝ ਆ ਗਈ ਹੈ ਕਿ ਵਿਆਹ ਹੋਣ ਤੋਂ ਬਾਅਦ ਪਤਨੀ ਦੀਆਂ ਗੱਲਾਂ ਦੋਸਤਾਂ ਨਾਲ ਨਹੀਂ ਕਰਦੇ। ਮੈਂ ਕਿਹਾ ਕਿ ਇਹ ਤਾਂ ਤੂੰ ਬਿਲਕੁਲ ਠੀਕ ਕਿਹਾ, ਪਰ ਪਤਾ ਨਹੀਂ ਉਹਨਾਂ ਦੋਨਾਂ ਦੀਆਂ ਹਰਕਤਾਂ ਕੁਝ ਅਜੀਬ ਜਿਹੀਆਂ ਹਨ। ਇੱਕ ਦਿਨ ਮੇਰੀ ਤਬੀਅਤ ਖਰਾਬ ਸੀ ਤਾਂ ਮੈਂ ਡਾਕਟਰ ਕੋਲ ਚਲੀ ਗਈ। ਮੈਂ ਉਸੇ ਡਾਕਟਰ ਕੋਲ ਗਈ ਸੀ ਜਿਸ ਕੋਲ ਪਹਿਲਾਂ ਆਪਣੀ ਬਹੂ ਨੂੰ ਲੈ ਕੇ ਗਈ ਸੀ। ਮੈਂ ਆਪਣਾ ਚੈੱਕਅਪ ਕਰਾਇਆ। ਮੈਨੂੰ ਥੋੜ੍ਹੀ ਬਹੁਤ ਦਿੱਕਤ ਸੀ, ਮੇਰੀਆਂ ਹੱਡੀਆਂ ਵਿੱਚ ਦਰਦ ਸੀ ਜੋ ਕਿ ਹੁਣ ਉਮਰ ਦੇ ਨਾਲ ਵੱਧਦਾ ਜਾ ਰਿਹਾ ਸੀ। ਪਰ ਮੈਨੂੰ ਉਸ ਡਾਕਟਰ ਨੇ ਇੱਕ ਗੱਲ ਦੱਸੀ। ਉਸਨੇ ਕਿਹਾ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਆਪਣੀ ਬਹੂ ਦਾ ਖਿਆਲ ਰੱਖਿਓ, ਪਰ ਲੱਗਦਾ ਹੈ ਤੁਸੀਂ ਮੇਰੀ ਗੱਲ 'ਤੇ ਧਿਆਨ ਨਹੀਂ ਦਿੱਤਾ। ਮੈਂ ਕਿਹਾ ਮੈਂ ਤਾਂ ਉਸ ਦਾ ਬਹੁਤ ਖਿਆਲ ਰੱਖਦੀ ਹਾਂ ਅਤੇ ਉਸ ਤੋਂ ਬਾਅਦ ਉਹ ਬਿਮਾਰ ਵੀ ਨਹੀਂ ਹੋਈ ਹੈ। ਡਾਕਟਰ ਨੇ ਕਿਹਾ, ਕੀ ਮਤਲਬ ਬਿਮਾਰ ਨਹੀਂ ਹੋਈ ਹੈ? ਉਹ ਰੋਜ਼ ਮੇਰੇ ਕੋਲ ਆਉਂਦੀ ਹੈ
ਅਤੇ ਉਸਦੀ ਉਸੇ ਦਿਨ ਵਾਲੀ ਹਾਲਤ ਹੁੰਦੀ ਹੈ। ਇਹ ਸੁਣ ਕੇ ਮੈਂ ਹੈਰਾਨ ਰਹਿ ਗਈ, ਕਿਉਂਕਿ ਮੈਨੂੰ ਤਾਂ ਅਜਿਹੀ ਕੋਈ ਗੱਲ ਪਤਾ ਹੀ ਨਹੀਂ ਸੀ। ਮੈਂ ਕਿਹਾ, ਮੈਨੂੰ ਤਾਂ ਇਹ ਕਿਹਾ ਜਾਂਦਾ ਸੀ ਕਿ ਅਸੀਂ ਸੈਰ ਕਰਨ ਜਾ ਰਹੇ ਹਾਂ। ਡਾਕਟਰ ਨੇ ਕਿਹਾ ਕਿ ਜੇਕਰ ਅਜਿਹੀ ਹੀ ਹਾਲਤ ਰਹੀ ਤਾਂ ਉਹ ਬੈੱਡ ਤੋਂ ਉੱਠਣ ਦੇ ਵੀ ਕਾਬਿਲ ਨਹੀਂ ਰਹੇਗੀ। ਮੈਂ ਕਿਹਾ, ਉਹ ਤੁਹਾਡੇ ਨਾਲ ਕੀ ਗੱਲ ਕਰਦੀ ਹੈ? ਉਸਨੇ ਕਿਹਾ ਕਿ ਕੋਈ ਗੱਲ ਨਹੀਂ ਕਰਦੀ, ਇੰਨੀ ਜ਼ਿਆਦਾ ਡਰੀ ਹੋਈ ਹੁੰਦੀ ਹੈ, ਬਸ ਚੁੱਪਚਾਪ ਬੈਠ ਜਾਂਦੀ ਹੈ। ਮੈਂ ਉਸਦਾ ਇਲਾਜ ਕਰ ਦਿੰਦੀ ਹਾਂ, ਦਵਾਈਆਂ ਦੇ ਦਿੰਦੀ ਹਾਂ, ਪਰ ਉਸਨੇ ਇਹ ਜ਼ਰੂਰ ਕਿਹਾ ਹੈ ਕਿ ਮੇਰੀ ਇਹ ਗੱਲ ਕਿਸੇ ਨੂੰ ਨਾ ਦੱਸਿਓ। ਜੇਕਰ ਤੁਸੀਂ ਆਓ ਤਾਂ ਮੈਂ ਤੁਹਾਨੂੰ ਵੀ ਨਾ ਦੱਸਾਂ, ਪਰ ਮੈਨੂੰ ਪਤਾ ਹੈ ਕਿ ਉਸਦੀ ਉਮਰ ਘੱਟ ਹੈ ਅਤੇ ਤੁਸੀਂ ਸਮਝਦਾਰ ਹੋ, ਇਸ ਲਈ ਮੈਂ ਤੁਹਾਨੂੰ ਦੱਸ ਰਹੀ ਹਾਂ। ਮੈਂ ਆਪਣਾ ਸਿਰ ਫੜ ਕੇ ਬੈਠ ਗਈ ਕਿ ਮੈਂ ਆਪਣੇ ਮੁੰਡੇ ਦਾ ਵਿਆਹ ਕਰਕੇ ਮੁਸੀਬਤ ਹੀ ਮੁੱਲ ਲੈ ਲਈ ਹੈ। ਇਹ ਦੋਵੇਂ ਪਤੀ ਪਤਨੀ ਮਿਲ ਕੇ ਪਤਾ ਨਹੀਂ ਕਿਹੜੀ ਗੱਲ ਲੁਕੋ ਰਹੇ ਸਨ। ਉਹ ਤਾਂ ਹਲੇ ਅਕਲ ਦੇ ਕੱਚੇ ਸਨ, ਉਹਨਾਂ ਨੂੰ ਕੁਝ ਵੀ ਨਹੀਂ ਪਤਾ ਸੀ। ਪਤਾ ਨਹੀਂ ਉਹ ਕਿਹੜੀਆਂ ਹਰਕਤਾਂ ਵਿੱਚ ਪੈ ਗਏ ਸਨ। ਮੈਨੂੰ ਸਮਝ ਨਹੀਂ ਆਉਂਦਾ ਸੀ ਕਿ ਮੈਂ ਉਹਨਾਂ ਨਾਲ ਕੀ ਗੱਲ ਕਰਾਂ, ਉਹਨਾਂ ਨੂੰ ਕਿਵੇਂ ਸਮਝਾਵਾਂ। ਅਤੇ ਇਸ ਮਾਮਲੇ ਵਿੱਚ ਜੇਕਰ ਮੈਂ ਕੁੜੀ ਦੇ ਮਾਂ-ਬਾਪ ਨੂੰ ਸ਼ਾਮਿਲ ਕਰਦੀ ਤਾਂ ਉਹ ਕਹਿੰਦੇ ਕਿ ਅਸੀਂ ਤੁਹਾਨੂੰ ਆਪਣੀ ਧੀ ਇਸੇ ਲਈ ਦਿੱਤੀ ਸੀ। ਉਹਨਾਂ ਨੇ ਤਾਂ ਮੈਨੂੰ ਹੀ ਗੱਲਾਂ ਸੁਣਾਉਣੀਆਂ ਸਨ ਅਤੇ ਮੇਰੇ ਮੁੰਡੇ ਨੂੰ ਕਹਿਣਾ ਸੀ ਕਿ ਉਹ ਵੀ ਘੱਟ ਅਕਲ ਵਾਲਾ ਹੈ। ਦਿਮਾਗ ਤਾਂ ਉਸਦਾ ਘੱਟ ਹੈ ਹੀ ਸੀ, ਤਾਂ ਹੀ ਤਾਂ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਿਹਾ ਸੀ। ਇੱਕ ਦਿਨ ਮੇਰਾ ਮੁੰਡਾ ਘਰ ਨਹੀਂ ਸੀ, ਮੇਰੀ ਬਹੂ ਕਮਰੇ ਵਿੱਚ ਬੈਠੀ ਸੀ। ਮੈਂ ਉਸਨੂੰ ਪੁੱਛਿਆ ਕਿ ਤਬੀਅਤ ਖਰਾਬ ਹੈ? ਉਸਨੇ ਕਿਹਾ ਕਿ ਨਹੀਂ, ਬਸ ਆਰਾਮ ਕਰ ਰਹੀ ਸੀ। ਮੈਂ ਉਸਨੂੰ ਸਭ ਕੁਝ ਦੱਸ ਦਿੱਤਾ। ਮੈਂ ਕਿਹਾ ਕਿ ਮੈਂ ਉਸ ਡਾਕਟਰ ਕੋਲ ਗਈ ਸੀ ਜਿਸ ਕੋਲ ਤੂੰ ਜਾਂਦੀ ਹੈ। ਜ਼ਾਹਿਰ ਹੈ ਤੂੰ ਛੋਟੀ ਬੱਚੀ ਹੈ, ਤੈਨੂੰ ਝੂਠ ਬੋਲਣਾ ਵੀ ਨਹੀਂ ਆਉਂਦਾ। ਜੇਕਰ ਤੂੰ ਇੰਨੀ ਸਮਝਦਾਰ ਹੁੰਦੀ ਤਾਂ ਫਿਰ ਉਸ ਡਾਕਟਰ ਕੋਲ ਨਾ ਜਾਂਦੀ। ਤੈਨੂੰ ਇਹ ਨਹੀਂ ਪਤਾ ਕਿ ਉਹ ਸਾਡੀ ਫੈਮਿਲੀ ਡਾਕਟਰ ਹੈ। ਉਸਨੇ ਮੈਨੂੰ ਸਭ ਕੁਝ ਦੱਸ ਦਿੱਤਾ ਹੈ। ਹੁਣ ਤੂੰ ਮੈਨੂੰ ਝੂਠ ਬੋਲਣ ਦੀ ਕੋਸ਼ਿਸ਼ ਨਾ ਕਰੀਂ, ਮੈਨੂੰ ਸਭ ਕੁਝ ਸੱਚ ਦੱਸ, ਇਹ ਕੀ ਮਾਮਲਾ ਹੈ? ਮੇਰੀ ਬਹੂ ਨੇ ਸਾਫ਼ ਮਨਾ ਕਰ ਦਿੱਤਾ। ਉਸਨੇ ਕਿਹਾ ਕਿ ਮੈਂ ਤੁਹਾਨੂੰ ਨਹੀਂ ਦੱਸ ਸਕਦੀ। ਮੈਂ ਪੂਰੀ ਕੋਸ਼ਿਸ਼ ਕਰ ਲਈ। ਪਹਿਲਾਂ ਉਸਨੂੰ ਪਿਆਰ ਨਾਲ ਪੁੱਛਿਆ, ਫਿਰ ਉਸਨੂੰ ਝਿੜਕਿਆ, ਫਿਰ ਦੁਬਾਰਾ ਉਸਦੀਆਂ ਮਿੰਨਤਾਂ ਕੀਤੀਆਂ, ਪਰ ਉਸਨੇ ਮੈਨੂੰ ਨਹੀਂ ਦੱਸਿਆ। ਇੱਕ ਦਿਨ ਮੈਂ ਆਪਣੇ ਮੁੰਡੇ ਨੂੰ ਕਿਸੇ ਕੰਮ ਦੇ ਬਹਾਨੇ ਨਾਲ ਬਾਹਰ ਭੇਜ ਦਿੱਤਾ। ਦਰਅਸਲ ਸਾਡੀਆਂ ਬਹੁਤ ਫੈਕਟਰੀਆਂ ਸਨ, ਇਸ ਲਈ ਸਾਡਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ। ਮੈਂ ਉਸਨੂੰ ਭੇਜ ਦਿੱਤਾ ਅਤੇ ਉੱਥੇ ਉਸਨੂੰ ਬਹੁਤ ਦੇਰ ਹੋ ਗਈ, ਇਸ ਲਈ ਉਹ ਰਾਤ ਨੂੰ ਉੱਥੇ ਹੀ ਰਹਿ ਗਿਆ। ਸਵੇਰੇ ਜਦੋਂ ਮੇਰੀ ਬਹੂ ਦੀ ਤਬੀਅਤ ਖਰਾਬ ਹੋਈ ਤਾਂ ਮੈਂ ਡਾਕਟਰ ਨੂੰ ਘਰੇ ਬੁਲਾ ਲਿਆ, ਕਿਉਂਕਿ ਮੈਂ ਉਸ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਸੀ ਅਤੇ ਉਸਨੇ ਵੀ ਮੇਰੀ ਗੱਲ ਨੂੰ ਸਮਝਿਆ। ਉਸਨੇ ਮੇਰਾ ਸਾਥ ਦੇਣ ਦਾ ਵਾਅਦਾ ਕੀਤਾ ਅਤੇ ਉਸਨੂੰ ਜੋ ਕੁਝ ਵੀ ਜ਼ਰੂਰੀ ਕੰਮ ਸੀ ਉਸਨੇ ਕਰ ਲਿਆ। ਉਸਨੇ ਕਿਹਾ ਜੋ ਮੈਨੂੰ ਚਾਹੀਦਾ ਸੀ ਮੈਂ ਉਸਦੇ ਸੈਂਪਲ ਲੈ ਲਏ ਹਨ। ਹੁਣ ਸਾਨੂੰ ਕੁਝ ਟੈਸਟ ਕਰਨੇ ਹੋਣਗੇ, ਇਸ ਤੋਂ ਬਾਅਦ ਪਤਾ ਚੱਲੇਗਾ ਕਿ ਅਸਲ ਕਹਾਣੀ ਕੀ ਹੈ। ਅਤੇ ਜਦੋਂ ਰਿਪੋਰਟ ਸਾਹਮਣੇ ਆਈ ਤਾਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਰਿਪੋਰਟ ਦੇ ਮੁਤਾਬਕ ਮੇਰੀ ਬਹੂ ਦੀ ਜ਼ਿੰਦਗੀ ਵਿੱਚ ਜੋ ਆਦਮੀ ਸੀ ਉਹ ਮੇਰਾ ਮੁੰਡਾ ਨਹੀਂ ਸੀ। ਇਸ ਦਾ ਮਤਲਬ ਸੀ ਕਿ ਉਸ ਦੇ ਨਾਲ ਜੋ ਕੁਝ ਵੀ ਹੋ ਰਿਹਾ ਸੀ ਉਹ ਮੇਰੇ ਮੁੰਡੇ ਕਾਰਨ ਨਹੀਂ ਹੋ ਰਿਹਾ ਸੀ। ਪਤਾ ਨਹੀਂ ਇਹ ਕੁੜੀ ਕੀ ਕਰ ਰਹੀ ਸੀ, ਪਰ ਜੇਕਰ ਇਹ ਸਭ ਕੁਝ ਮੇਰੇ ਮੁੰਡੇ ਕਰਕੇ ਨਹੀਂ ਹੋ ਰਿਹਾ ਸੀ ਤਾਂ ਫਿਰ ਉਹ ਉਸ ਦਾ ਸਾਥ ਕਿਉਂ ਦੇ ਰਿਹਾ ਸੀ? ਉਹ ਉਸ ਦੇ ਨਾਲ ਆਪ ਵੀ ਕਿਉਂ ਝੂਠ ਬੋਲਦਾ ਸੀ ਅਤੇ ਆਪ ਹੀ ਉਸ ਨੂੰ ਰੋਜ਼ ਡਾਕਟਰ ਕੋਲ ਲੈ ਕੇ ਜਾਂਦਾ ਸੀ? ਮੈਂ ਆਪਣੇ ਮੁੰਡੇ ਨੂੰ ਵੀ ਸਭ ਕੁਝ ਦੱਸ ਦਿੱਤਾ। ਉਸ ਨੂੰ ਆਪਣੀ ਕਸਮ ਦਿੱਤੀ। ਉਸਨੇ ਮੇਰੇ ਸਾਹਮਣੇ ਬੱਚਿਆਂ ਦੀ ਤਰ੍ਹਾਂ ਰੋਣਾ ਸ਼ੁਰੂ ਕਰ ਦਿੱਤਾ। ਉਸਨੇ ਕਿਹਾ ਕਿ ਮੰਮੀ ਮੈਨੂੰ ਵਿਆਹ ਨਹੀਂ ਕਰਨਾ ਸੀ, ਇਹ ਵਿਆਹ ਸੱਚਮੁੱਚ ਹੀ ਬਹੁਤ ਵੱਡੀ ਮੁਸੀਬਤ ਹੈ। ਮੈਂ ਕਿਹਾ ਕਿ ਮੈਨੂੰ ਦੱਸ ਕੀ ਹੋਇਆ ਹੈ। ਉਸਨੇ ਕਿਹਾ ਕਿ ਮੈਨੂੰ ਵਿਆਹ ਕਰਨ ਦਾ ਸ਼ੌਂਕ ਜ਼ਰੂਰ ਸੀ, ਪਰ ਇਹ ਸਭ ਕੁਝ ਵਿੱਕੀ ਨੇ ਕਰਵਾਇਆ ਹੈ। ਉਸਨੇ ਤੁਹਾਨੂੰ ਝੂਠ ਬੋਲਿਆ, ਅਜਿਹੀ ਕੋਈ ਗੱਲ ਨਹੀਂ ਸੀ। ਉਸਨੇ ਕਿਹਾ ਸੀ ਕਿ ਜੇਕਰ ਤੇਰੇ ਮਾਂ-ਬਾਪ ਨੂੰ ਵਿਆਹ ਲਈ ਮਨਾ ਲਵਾਂ ਤਾਂ ਫਿਰ ਤੈਨੂੰ ਮੇਰੀ ਇੱਕ ਗੱਲ ਮੰਨਣੀ ਹੋਵੇਗੀ। ਪਤਾ ਨਹੀਂ ਉਸਨੇ ਤੁਹਾਨੂੰ ਕੀ ਕਿਹਾ ਜੋ ਤੁਸੀਂ ਮੇਰਾ ਵਿਆਹ ਕਰਵਾਉਣ ਲਈ ਰਾਜ਼ੀ ਹੋ ਗਏ। ਅਤੇ ਫਿਰ ਮੈਂ ਉਸਨੂੰ ਵਾਅਦਾ ਕੀਤਾ ਕਿ ਮੈਂ ਉਸਦੀ ਗੱਲ ਜ਼ਰੂਰ ਮੰਨਾਂਗਾ, ਪਰ ਉਸਦੀ ਉਹ ਗੱਲ ਬਹੁਤ ਅਜੀਬ ਸੀ। ਉਸਨੇ ਸਾਡੇ ਨਾਲ ਵਾਲਾ ਘਰ ਕਿਰਾਏ 'ਤੇ ਲੈ ਲਿਆ ਸੀ, ਜਿਸ ਦੀ ਖਿੜਕੀ ਵਿੱਚੋਂ ਰਾਤ ਨੂੰ ਸਾਡੇ ਕਮਰੇ ਵਿੱਚ ਆ ਜਾਂਦਾ ਹੈ ਅਤੇ ਮੈਨੂੰ ਉਸ ਕਮਰੇ ਵਿੱਚੋਂ ਬਾਹਰ ਕੱਢ ਦਿੰਦਾ ਹੈ। ਇਹ ਸਭ ਕੁਝ ਉਹੀ ਕਰ ਰਿਹਾ ਸੀ। ਇਹ ਸੁਣ ਕੇ ਮੈਂ ਤਾਂ ਜਿਵੇਂ ਪੱਥਰ ਦੀ ਬਣ ਗਈ। ਮੈਨੂੰ ਅਜਿਹਾ ਲੱਗ ਰਿਹਾ ਸੀ ਜਿਵੇਂ ਮੇਰੇ ਸਿਰ ਉੱਪਰ ਕੋਈ ਪਹਾੜ ਟੁੱਟ ਗਿਆ ਹੋਵੇ। ਮੇਰੇ ਹੱਥ ਪੈਰ ਕੰਬ ਰਹੇ ਸਨ। ਮੇਰੇ ਮਾਸੂਮ ਬੇਟੇ ਨੂੰ ਉਸ ਮੁੰਡੇ ਨੇ ਬੇਵਕੂਫ ਬਣਾ ਲਿਆ
ਅਤੇ ਮੇਰੀ ਬਹੂ ਨੂੰ ਵੀ। ਜ਼ਾਹਿਰ ਹੈ ਕਿ ਉਸਦੇ ਅੱਗੇ ਪਿੱਛੇ ਕੋਈ ਵੀ ਨਹੀਂ ਸੀ ਅਤੇ ਉਸ ਇਕੱਲੇ ਮੁੰਡੇ ਨੂੰ ਕੁੜੀ ਕਿਸਨੇ ਦੇਣੀ ਸੀ ਅਤੇ ਉਸਨੇ ਆਪਣੀ ਬੁਰੀ ਨੀਅਤ ਨੂੰ ਅੰਜਾਮ ਦੇਣ ਲਈ ਮੇਰੇ ਮੁੰਡੇ ਦੇ ਬਹੂ ਨੂੰ ਇਸਤੇਮਾਲ ਕੀਤਾ, ਜਦੋਂ ਕਿ ਮੈਂ ਉਸਨੂੰ ਆਪਣਾ ਬੇਟਾ ਸਮਝਦੀ ਸੀ। ਅਤੇ ਮੈਂ ਇਹ ਗੱਲ ਆਪਣੇ ਪਤੀ ਨੂੰ ਦੱਸੀ ਅਤੇ ਉਹਨਾਂ ਨੂੰ ਕਿਹਾ ਕਿ ਹੁਣ ਤਾਂ ਕੁਝ ਕਰ ਲਓ, ਹੁਣ ਤਾਂ ਤੁਹਾਡੇ ਘਰ ਦੀ ਇੱਜ਼ਤ ਵੀ ਨਿਲਾਮ ਹੋ ਗਈ ਹੈ। ਮੇਰੇ ਪਤੀ ਨੂੰ ਗੁੱਸਾ ਆ ਗਿਆ। ਉਹਨਾਂ ਨੇ ਵਿੱਕੀ ਨੂੰ ਫੜ ਲਿਆ ਅਤੇ ਉਸ ਤੋਂ ਬਾਅਦ ਪੁਲਿਸ ਨੂੰ ਵੀ ਸਭ ਕੁਝ ਦੱਸ ਦਿੱਤਾ ਅਤੇ ਉਸ ਉੱਪਰ ਕੇਸ ਵੀ ਕਰਵਾ ਦਿੱਤਾ। ਸਮਝ ਨਹੀਂ ਆ ਰਿਹਾ ਸੀ ਕਿ ਇਹ ਮੇਰੇ ਬਹੂ ਅਤੇ ਮੁੰਡੇ ਦੀ ਬੇਵਕੂਫੀ ਸੀ ਜਾਂ ਫਿਰ ਸਾਡੀ, ਪਰ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਚੁੱਕਿਆ ਸੀ। ਮੈਂ ਜਸਮੀਤ ਨੂੰ ਸਮਝਾਇਆ ਕਿ ਇਹ ਗੱਲ ਆਪਣੇ ਘਰ ਵਾਲਿਆਂ ਨੂੰ ਨਾ ਦੱਸੇ ਅਤੇ ਆਪਣੇ ਮੁੰਡੇ ਨੂੰ ਸਮਝਾਇਆ ਕਿ ਆਪਣੀ ਪਤਨੀ ਦਾ ਖਿਆਲ ਰੱਖ ਅਤੇ ਇਹ ਸਾਰੀਆਂ ਗੱਲਾਂ ਦਿਮਾਗ ਵਿੱਚੋਂ ਕੱਢ ਦੇ। ਇਹ ਸਮਾਂ ਸਾਡੇ ਉੱਪਰ ਬਹੁਤ ਭਾਰੀ ਸੀ। ਅਸੀਂ ਵਿੱਕੀ ਨੂੰ ਵੱਧ ਤੋਂ ਵੱਧ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਇੰਨਾ ਕਾਮਯਾਬ ਨਹੀਂ ਹੋ ਸਕੇ। ਪਰ ਇੱਕ ਬੁਰੇ ਇਨਸਾਨ ਦੀ ਬੁਰੀ ਨੀਅਤ ਤੋਂ ਵਾਕਿਫ ਜ਼ਰੂਰ ਹੋ ਚੁੱਕੇ ਸੀ। ਘੱਟ ਤੋਂ ਘੱਟ ਹੁਣ ਦੁਬਾਰਾ ਉਸ ਤੋਂ ਧੋਖਾ ਨਹੀਂ ਖਾ ਸਕਦੇ ਸੀ। ਮੈਂ ਜਸਮੀਤ ਦਾ ਬਹੁਤ ਖਿਆਲ ਰੱਖਿਆ। ਹੁਣ ਤਾਂ ਮੈਂ ਉਸਨੂੰ ਆਪਣੀ ਬੇਟੀ ਹੀ ਬਣਾਇਆ ਹੋਇਆ ਸੀ ਅਤੇ ਆਪਣੇ ਮੁੰਡੇ ਨੂੰ ਵੀ ਸਮਝਾਇਆ ਅਤੇ ਸਮਾਂ ਬੀਤਣ ਦੇ ਨਾਲ ਸਭ ਚੀਜ਼ਾਂ ਠੀਕ ਹੁੰਦੀਆਂ ਚਲੀਆਂ ਗਈਆਂ। ਮੈਨੂੰ ਅੱਜ ਵੀ ਹੈਰਾਨੀ ਹੁੰਦੀ ਹੈ ਕਿ ਜਿਸ ਨੂੰ ਮੈਂ ਆਪਣੇ ਸਕੇ ਮੁੰਡੇ ਦੀ ਤਰ੍ਹਾਂ ਪਿਆਰ ਦਿੱਤਾ, ਉਸ ਨੂੰ ਪਾਲਿਆ, ਉਸਨੇ ਸਾਡੇ ਘਰ ਉੱਪਰ ਹਮਲਾ ਕਰ ਦਿੱਤਾ। ਅੱਜ ਕੱਲ੍ਹ ਕਿਸੇ 'ਤੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ ਅਤੇ ਆਪਣੀ ਜ਼ਿੰਦਗੀ ਵਿੱਚ ਹੋਣ ਵਾਲੇ ਇਸ ਹਾਦਸੇ ਤੋਂ ਮੈਂ ਇੱਕ ਸਬਕ ਸਿੱਖ ਲਿਆ ਹੈ ਕਿ ਜਦੋਂ ਤੱਕ ਬੱਚੇ ਸਮਝਦਾਰ ਨਾ ਹੋ ਜਾਣ, ਉਹਨਾਂ ਦਾ ਵਿਆਹ ਨਹੀਂ ਕਰਨਾ ਚਾਹੀਦਾ। ਬੱਚਿਆਂ ਦੇ ਅੰਦਰ ਤਾਂ ਅਕਲ ਨਹੀਂ ਹੁੰਦੀ, ਪਰ ਮਾਂ-ਬਾਪ ਦੇ ਅੰਦਰ ਤਾਂ ਹੁੰਦੀ ਹੈ। ਜੇਕਰ ਉਹ ਬੱਚਿਆਂ ਦੇ ਅੱਗੇ ਬੇਬਸ ਹੋ ਜਾਣ ਅਤੇ ਉਹਨਾਂ ਦੀ ਗੱਲ ਮੰਨ ਲੈਣ, ਤਾਂ ਫਿਰ ਉਹਨਾਂ ਦੀ ਅਕਲ ਦਾ ਕੀ ਫਾਇਦਾ। ਇਸ ਹਾਦਸੇ ਨਾਲ ਮੇਰੇ ਮੁੰਡੇ ਵਿੱਚ ਅਕਲ ਆ ਗਈ ਸੀ, ਇਸ ਲਈ ਉਹ ਸਮੇਂ ਤੋਂ ਪਹਿਲਾਂ ਹੀ ਵੱਡਾ ਹੋ ਗਿਆ ਸੀ ਅਤੇ ਹੁਣ ਸਾਰੀਆਂ ਚੀਜ਼ਾਂ ਨੂੰ ਸਮਝਣ ਲੱਗਿਆ ਸੀ। ਪਰ ਜੋ ਕੁਝ ਵੀ ਹੋਇਆ ਬਹੁਤ ਬੁਰਾ ਹੋਇਆ। ਮੇਰੀ ਬਹੂ ਦਾ ਸਾਡੇ ਉੱਪਰ ਅਹਿਸਾਨ ਹੈ ਕਿ ਉਸਨੇ ਇਹ ਗੱਲ ਕਿਸੇ ਨੂੰ ਨਹੀਂ ਦੱਸੀ ਅਤੇ ਇਸ ਮਾਮਲੇ ਨੂੰ ਘਰ ਦਾ ਮਸਲਾ ਸਮਝ ਕੇ ਹੱਲ ਕਰ ਲਿਆ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਦੇ ਬਾਰੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰ ਦਿਓ ਅਤੇ ਜੇਕਰ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ।